मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਲੈਟਸ ਲਰਨ ਉੱਤੇ। ਅੱਜ ਅਸੀਂ ਆਰਗੇਨਾਈਜੇਸ਼ਨ ਆਫ ਚਾਈਲਡ ਕੇਅਰ ਸਰਵਿਸਿਜ਼ ਦਾ ਪਾਰਟ 2 ਡਿਸਕਸ ਕਰਨ ਜਾ ਰਹੇ ਹਾਂ। ਪਿਛਲੀ ਵੀਡੀਓ ਵਿੱਚ ਅਸੀਂ ਇਹਨਾਂ ਆਰਗੇਨਾਈਜੇਸ਼ਨਸ ਦਾ ਜਸਟ ਜਰਨਲ ਓਵਰਵਿਊ ਲਿਆ ਸੀ ਕਿ ਕਿਹੜੀਆਂ-ਕਿਹੜੀਆਂ ਸੰਸਥਾਵਾਂ ਹਨ ਜੋ ਬੱਚੇ ਦੀ ਸਿਹਤ ਅਤੇ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪਿਛਲੀ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਰਹੀ ਹਾਂ, ਤੁਸੀਂ ਉੱਥੇ ਜਾ ਕੇ ਉਸ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਜਿਸ ਵਿੱਚ ਤੁਹਾਨੂੰ ਇਹ PDF ਹੈ ਜਿਹੜੀ ਮਿਲ ਸਕਦੀ ਹੈ, ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ, ਤੁਸੀਂ ਉਸ ਨੂੰ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਅੱਜ ਅਸੀਂ ਰਾਸ਼ਟਰੀ ਪੱਧਰ 'ਤੇ ਜਾਂ ਸਟੇਟ ਪੱਧਰ 'ਤੇ ਜਿਹੜੀਆਂ ਏਜੰਸੀਜ਼ ਕੰਮ ਕਰ ਰਹੀਆਂ ਹਨ ਚਾਈਲਡ ਕੇਅਰ ਲਈ ਉਹਨਾਂ ਬਾਰੇ ਡਿਸਕਸ ਕਰਾਂਗੇ। ਇਹ ਵੀਡੀਓ NTT ਦੇ ਸਟੂਡੈਂਟਸ ਲਈ ਬਹੁਤ ਯੂਜ਼ਫੁਲ ਹੈ ਕਿਉਂਕਿ ਇਹ ਜੋ ਹੈ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਸੋ ਲੈਟਸ ਸਟਾਰਟ। ਫਸਟ ਆਫ ਆਲ, ਇੰਡੀਅਨ ਕਾਉਂਸਲ ਫॉर ਚਾਈਲਡ ਵੈਲਫੇਅਰ 1952। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਦੇਸ਼ ਹੈ ਜੋ 1947 ਵਿੱਚ ਆਜ਼ਾਦ ਹੋਇਆ ਸੀ। ਤਾਂ ਆਜ਼ਾਦ ਹੋਣ ਸਮੇਂ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਸਨ, ਜਿਵੇਂ ਗਰੀਬੀ, ਭੁੱਖਮਰੀ ਐਕਸੈਟਰਾ। ਉਸ ਸਮੇਂ ਜਿਹੜਾ ਬੱਚਿਆਂ ਦੀ ਵੈਲਫੇਅਰ ਸੀ ਇੱਕ ਬਹੁਤ ਵੱਡਾ ਟੀਚਾ ਸੀ। ਇਸ ਖੇਤਰ ਵਿੱਚ ਜਿਹੜਾ ਸੈਂਟਰ ਗੌਰਮੈਂਟ ਹੈ ਉਸ ਨੇ ਜਿਹੜੀ ਆਪਣਾ ਪਹਿਲਾ ਕਦਮ ਚੁੱਕਿਆ ਸੀ, ਪਹਿਲ ਕਦਮੀ ਕੀਤੀ ਸੀ, ਉਹ 1952 ਵਿੱਚ ਇਸ ਸੰਸਥਾ ਦੁਆਰਾ ਕੀਤੀ ਸੀ, ਇੰਡੀਅਨ ਕਾਉਂਸਲ ਫॉर ਚਾਈਲਡ ਵੈਲਫੇਅਰ। ਤਾਂ ਇਸ ਦੇ ਕੀ ਕੰਮ ਹਨ? ਤਾਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਸ ਦਾ ਐਸਟੈਬਲਿਸ਼ ਈਅਰ ਪੁੱਛ ਸਕਦੇ ਆ, ਤਾਂ ਉਹ ਕੀ ਹੈ 1952। ਠੀਕ ਹੈ, ਤੇ ਇਸ ਦੇ ਜਿਹੜੇ ਚਲੋ ਸਟਾਰਟ ਕਰਦੇ ਹਾਂ। ਉਦੇਸ਼, ਸਪੋਂਸਰਸ਼ਿਪ ਫॉर ਸਕੂਲ ਐਜੂਕੇਸ਼ਨ ਆਫ ਅੰਡਰ ਪ੍ਰਿਵਿਲਾਈਜ਼ਡ ਚਿਲਡਰਨ। ਤਾਂ ਇਸ ਦਾ ਜਿਹੜਾ ਮੇਨ ਉਦੇਸ਼ ਕੀ ਹੈ, ਜੋ ਅਣਗੌਲੇ ਬੱਚੇ ਨੇ, ਜੋ ਕਿਸੇ ਕਾਰਨ ਸਕੂਲ ਐਜੂਕੇਸ਼ਨ ਤੋਂ ਵਾਂਝੇ ਰਹਿ ਗਏ ਨੇ, ਉਹਨਾਂ ਨੂੰ ਕੀ ਹੈ ਸਿੱਖਿਆ ਪ੍ਰੋਵਾਈਡ ਕਰਨਾ, ਜਿਹੜਾ ਇਸ ਦਾ ਮੇਨ ਉਦੇਸ਼ ਹੈ। ਆਨਰਿੰਗ ਚਿਲਡਰਨ ਫॉर ਬਰੇਵਰੀ, ਜੋ ਬੱਚੇ ਬਰੇਵਰੀ ਵਿੱਚ ਬਹਾਦਰੀ ਲਈ ਜਿਹੜੇ ਕੋਈ ਕਾਰਨਾਮੇ ਕਰਦੇ ਨੇ ਉਹਨਾਂ ਨੂੰ ਸਨਮਾਨ ਕਰਨਾ ਇਸ ਦਾ ਉਦੇਸ਼ ਹੈ। ਠੀਕ ਹੈ, ਇਹ ਸਨਮਾਨ ਜਿਹੜਾ ਹੈ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਜਾਂਦਾ ਹੈ। ਆਨਰਿੰਗ ਚਾਈਲਡ ਆਰਟਿਸਟ, ਆਰਟਿਸਟ ਬੱਚੇ ਨੇ ਜੋ ਕਲਾਕਾਰ ਬੱਚੇ ਨੇ ਉਹਨਾਂ ਨੂੰ ਆਨਰ ਦੇਣਾ। ਨੈਸ਼ਨਲ ਇੰਟੀਗ੍ਰੇਸ਼ਨ ਕੈਂਪਸ, ਐਡਵੈਂਚਰ ਕੈਂਪਸ, ਠੀਕ ਹੈ, ਜੋ ਰਾਜਾਂ ਨੂੰ, ਜੋ ਆਪਣੇ ਵੱਖ-ਵੱਖ ਰਾਜ ਨੇ ਉਹਨਾਂ ਨੂੰ ਆਪਸ ਵਿੱਚ ਜੋੜਨ ਲਈ ਇੰਟੀਗ੍ਰੇਸ਼ਨ ਕੈਂਪਸ ਆਯੋਜਿਤ ਕਰਨਾ, ਐਡਵੈਂਚਰ ਕੈਂਪ ਆਯੋਜਿਤ ਕਰਨਾ। ਐਡਵੋਕੇਟ ਚਿਲਡਰਨ ਰਾਈਟਸ, ਬੱਚਿਆਂ ਦੇ ਅਧਿਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਉਹਨਾਂ ਨੂੰ ਅੱਗੇ ਲੈ ਕੇ ਆਉਣਾ। ਸਕੂਟਨੀ ਆਫ ਅਡੋਪਸ਼ਨ ਕੇਸਿਸ, ਜੋ ਗੋਦ ਲਏ ਗਏ ਬੱਚੇ ਨੇ ਉਹਨਾਂ ਦੇ ਕੇਸਿਸ ਦੀ ਸਕੂਟਨੀ ਕਰਨਾ। ਰਿਹੈਬਿਟੇਸ਼ਨ ਆਫ ਅਬੰਡੈਂਟ ਚਿਲਡਰਨ, ਜਿਹੜੇ ਬੱਚੇ ਸਮਾਜਿਕ ਜਾਂ ਪਰਿਵਾਰਿਕ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਨਾਲ ਕੋਈ ਚਾਈਲਡ ਹਿੰਸਾ ਹੁੰਦੀ ਹੈ, ਉਹਨਾਂ ਦੇ ਲਈ ਕੰਮ ਕਰਨਾ। ਕ੍ਰੈਚਿਸ ਫॉर ਚਿਲਡਰਨ, ਜੋ ਵਰਕਿੰਗ, ਜਿਨ੍ਹਾਂ ਦੇ ਪੇਰੈਂਟਸ ਕੀ ਹੈ ਜਿਨ੍ਹਾਂ ਬੱਚਿਆਂ ਦੇ ਵਰਕਿੰਗ ਨੇ ਉਹਨਾਂ ਨੂੰ ਸੇਫ ਇਨਵਾਇਰਮੈਂਟ ਪ੍ਰਦਾਨ ਕਰਨਾ। ਪ੍ਰੋਗਰਾਮ ਵਿਦ ਸਪੈਸ਼ਲ ਫੋਕਸ ਔਨ ਦਾ ਗਰਲ ਚਾਈਲਡ, ਅਜਿਹੇ ਪ੍ਰੋਗਰਾਮ ਲਿਖਣਾ ਜਿਨ੍ਹਾਂ ਵਿੱਚ ਜਿਹੜਾ ਲੜਕੀਆਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ, ਜੋ ਸਪੈਸ਼ਲ ਲੜਕੀਆਂ ਲਈ ਹੋਣ, ਅਜਿਹੇ ਪ੍ਰੋਗਰਾਮ ਨੇ ਆਯੋਜਿਤ ਕਰਨਾ। ਟ੍ਰੇਨਿੰਗ ਪ੍ਰੋਗਰਾਮਸ ਫॉर ਚਾਈਲਡ ਕੇਅਰ ਵਰਕਰਸ, ਜੋ ਟੀਚਰਸ ਜੋ ਚਾਈਲਡ ਕੇਅਰ ਪ੍ਰਦਾਨ ਕਰਦੇ ਨੇ, ਠੀਕ ਹੈ, ਉਹਨਾਂ ਲਈ ਟ੍ਰੇਨਿੰਗ ਪ੍ਰੋਗਰਾਮਸ ਆਯੋਜਿਤ ਕਰਨਾ। ਠੀਕ ਹੈ। ਪ੍ਰੋਟੈਕਸ਼ਨ ਫॉर ਸਟਰੀਟ ਐਂਡ ਵਰਕਿੰਗ ਚਿਲਡਰਨ, ਜਿਹੜੇ ਬੱਚੇ ਗਲੀਆਂ ਵਿੱਚ ਜਾਂ ਢਾਬਿਆਂ ਉੱਤੇ ਕੰਮ ਕਰਦੇ ਨੇ ਜਾਂ ਜੋ ਵੀ ਛੋਟੇ ਬੱਚੇ ਕੰਮ ਕਰਦੇ ਨੇ ਉਹਨਾਂ ਨੂੰ ਕਿਵੇਂ ਪੜ੍ਹਾਈ ਵੱਲ ਲੈ ਕੇ ਆਉਣਾ, ਇਸ ਲਈ ਜਿਹੜੀਆਂ ਸਰਵਿਸਿਜ਼ ਨੇ ਆਪਣੀਆਂ ਉਹ ਦਿੰਦੇ ਨੇ ਇਹ। ਪ੍ਰੋਗਰਾਮਸ ਫॉर ਚਿਲਡਰਨ ਇਨ ਡਿਫਿਕਲਟ ਸਰਕਮਸਟੈਂਸਿਸ, ਮੁਸ਼ਕਿਲ ਹਾਲਾਤਾਂ ਵਿੱਚ ਜਿਹੜੇ ਬੱਚੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੀ ਪ੍ਰੋਗਰਾਮਸ ਲਿਖਣਾ। ਇੰਸਟੀਟਿਊਸ਼ਨਲ ਐਂਡ ਡੇ ਕੇਅਰ ਸਰਵਿਸਿਜ਼ ਫॉर ਡਿਫਰੈਂਟ ਏਬਲਡ ਪਰਸਨ, ਠੀਕ ਹੈ, ਜੋ ਡਿਫਰੈਂਟ ਏਬਲਡ ਪਰਸਨ ਨੇ, ਕਿਸੇ ਤਰੀਕੇ ਨਾਲ ਸਰੀਰਕ ਜਾਂ ਮਾਨਸਿਕ ਤੌਰ 'ਤੇ ਡਿਸਏਬਲਡ ਨੇ, ਠੀਕ ਹੈ, ਉਹਨਾਂ ਨੂੰ ਡੇ ਕੇਅਰ ਸਰਵਿਸ ਪ੍ਰਦਾਨ ਕਰਨਾ। ਐਜੂਕੇਸ਼ਨ ਸੈਂਟਰਸ ਐਂਡ ਸਪੋਰਟਸ ਸਰਵਿਸਿਜ਼, ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਸੰਸਥਾਵਾਂ ਅਤੇ ਕੇਂਦਰ ਖੋਲ੍ਹਣਾ ਅਤੇ ਉਹਨਾਂ ਨੂੰ ਸਪੋਰਟ ਕਰਨਾ। ਨੈਕਸਟ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਸਾਡੀ ਦ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਜਿਸ ਨੂੰ ਅਸੀਂ NCERT ਬੋਲ ਦਿੰਦੇ ਹਾਂ। ਤਾਂ ਮੋਸਟ ਇੰਪੋਰਟੈਂਟ ਤੁਹਾਡੇ ਤੋਂ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਇਸ ਦੀ, ਦ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਇਸ ਦਾ ਐਸਟੈਬਲਿਸ਼ ਈਅਰ ਪੁੱਛਿਆ ਜਾ ਸਕਦਾ ਹੈ 1961।
ਤਾਂ ਇਸ ਦਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਕੌਣ ਹੁੰਦਾ ਹੈ? ਦੇਸ਼ ਦਾ ਸਿੱਖਿਆ ਮੰਤਰੀ ਹੁੰਦਾ ਹੈ। ਤਾਂ ਐਟ ਪ੍ਰੈਜ਼ੈਂਟ ਜਿਹੜਾ ਇਸ ਦਾ ਪ੍ਰੈਜ਼ੀਡੈਂਟ ਹੈ ਰਮੇਸ਼ ਪੋਖਰੀਆਲ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਿੱਖਿਆ ਮੰਤਰੀ ਦਾ ਪਦ ਹੈ ਉਹ ਹੁਣ 2020 ਦੀ ਸਿੱਖਿਆ ਨੀਤੀ ਦੇ ਅਕੋਰਡਿੰਗ ਹੀ ਜਿਹੜਾ ਤੈਅ ਕੀਤਾ ਗਿਆ। ਪਹਿਲਾਂ ਇਸ ਨੂੰ ਕੀ ਕਿਹਾ ਜਾਂਦਾ ਸੀ? HRD ਬੋਲਿਆ ਜਾਂਦਾ ਸੀ, ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਮਿਨਿਸਟਰ ਬੋਲਿਆ ਜਾਂਦਾ ਸੀ। ਤਾਂ ਹੁਣ ਜਿਹੜਾ ਸਿੱਖਿਆ ਮੰਤਰੀ ਦਾ ਪਦ ਹੈ ਉਹ ਨਵੀਂ ਸਿੱਖਿਆ ਨੀਤੀ ਦੇ ਅਕੋਰਡਿੰਗ ਜਿਹੜਾ ਹੈ ਬਣਾਇਆ ਗਿਆ ਹੈ। ਡਾਇਰੈਕਟਰ ਕੌਣ ਹੈ ਇਸ ਦਾ? ਡਾਕਟਰ ਹਰੁਸ਼ੀਕੇਸ਼ ਸੈਨਾਪਤੀ। ਠੀਕ ਹੈ, ਜੋ ਡਾਇਰੈਕਟਰ ਹੈ ਇਸ ਦਾ ਹਰੁਸ਼ੀਕੇਸ਼ ਸੈਨਾਪਤੀ ਹੈ। ਇਸ ਦੇ ਆਬਜੈਕਟਿਵਸ ਕੀ ਹਨ? ਅੰਡਰਟੇਕ, ਏਡ, ਪ੍ਰਮੋਟ ਐਂਡ ਕੋਆਰਡੀਨੇਟ ਰਿਸਰਚ ਇਨ ਏਰੀਆ ਰਿਲੇਟਡ ਟੂ ਸਕੂਲ ਐਜੂਕੇਸ਼ਨ। ਠੀਕ ਹੈ, ਜੋ ਸਕੂਲ ਐਜੂਕੇਸ਼ਨ ਨਾਲ ਰਿਲੇਟਡ, ਸਕੂਲੀ ਸਿੱਖਿਆ ਨਾਲ ਸੰਬੰਧਿਤ ਜਿਹੜੇ ਖੇਤਰ ਨੇ ਉਹਨਾਂ ਦੀ ਖੋਜ ਕਰਨਾ ਤੇ ਉਹਨਾਂ ਨੂੰ ਪ੍ਰਮੋਟ ਕਰਨਾ। ਠੀਕ ਹੈ, ਸਾਰੇ ਖੇਤਰਾਂ ਵਿੱਚ ਉਹਨਾਂ ਦਾ ਵਿਕਾਸ ਕਰਨਾ। ਪ੍ਰਪੇਅਰ ਐਂਡ ਪਬਲਿਸ਼ ਮਾਡਲ ਟੈਕਸਟ ਬੁੱਕਸ, ਸਪਲੀਮੈਂਟਰੀ ਮਟੀਰੀਅਲ, ਨਿਊਜ਼ ਲੈਟਰਸ, ਜਰਨਲਸ ਐਂਡ ਅਦਰ ਰਿਲੇਟਡ ਲਿਟਰੇਚਰ। ਸਕੂਲ ਸਿੱਖਿਆ ਨਾਲ ਸੰਬੰਧਿਤ ਟੈਕਸਟ ਬੁੱਕਸ, ਮੈਗਜ਼ੀਨਸ ਤੇ ਹੋਰ ਮਟੀਰੀਅਲ ਜਿਹੜਾ ਜੋ ਬੱਚਿਆਂ ਦੀ ਐਜੂਕੇਸ਼ਨ ਵਿੱਚ ਵਾਧਾ ਕਰਦਾ ਹੈ, ਨੌਲੇਜ ਵਿੱਚ ਵਾਧਾ ਕਰਦਾ ਹੈ, ਉਹ ਤਿਆਰ ਕਰਨਾ ਕਿਸ ਦਾ ਕੰਮ ਹੈ? NCERT ਦਾ ਕੰਮ ਹੈ। Organize pre-services and in-services training for teachers। ਟੀਚਰਸ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਨਾ। ਜਿਹੜੇ ਟੀਚਰਸ ਨਵੇਂ ਬਣੇ ਹੁੰਦੇ ਆ ਜਾਂ ਸਰਵਿਸ ਤੋਂ ਪਹਿਲਾਂ ਅਤੇ ਸਰਵਿਸ ਤੋਂ ਬਾਅਦ ਜਿਨ੍ਹਾਂ ਨੇ ਸਰਵਿਸ ਦੇ ਵਿੱਚ ਜਾਣਾ ਹੁੰਦਾ ਉਹਨਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਕੌਣ ਕਰਦਾ ਹੈ? NCERT ਕਰਦੀ ਹੈ। ਇਹ ਸੈਂਟਰ ਲੈਵਲ ਦੇ ਸਕੂਲਸ ਵਿੱਚ ਕਰਦੀ ਹੈ। ਓਕੇ, ਜੋ ਪੰਜਾਬ ਲੈਵਲ ਦੇ, ਸਟੇਟ ਲੈਵਲ ਦੇ ਸਕੂਲ ਹੁੰਦੇ ਨੇ ਉੱਥੇ SERT ਜਿਹੜੇ ਇਹ ਟ੍ਰੇਨਿੰਗਸ ਦਾ ਪ੍ਰਬੰਧ ਕਰਦੀ ਹੈ। ਨੈਕਸਟ ਹੈ ਡਿਵੈਲਪ ਐਂਡ ਡਿਜ਼ੈਜ਼ਿਗਨੇਟ ਇਨੋਵੇਟਿਵ ਐਜੂਕੇਸ਼ਨਲ ਟੈਕਨੀਕਸ ਐਂਡ ਪ੍ਰੋਟੈਕਸ਼ਨ। ਜਿਹੜੀਆਂ ਐਜੂਕੇਸ਼ਨ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਦਾ ਵਿਕਾਸ ਕਰਨਾ। ਕੋਲੈਬੋਰੇਟ ਐਂਡ network with state education department, universities, NGO and other educational institutions। ਸਾਰੇ ਜਿੰਨੇ ਵੀ ਸਟੇਟ ਦੇ ਇੰਸਟੀਟਿਊਸ਼ਨਸ ਹੈਗੇ ਨੇ, ਯੂਨੀਵਰਸਿਟੀਜ਼ ਹੈਗੀਆਂ ਨੇ, NGOs ਹੈਗੇ ਨੇ, ਉਹਨਾਂ ਨਾਲ ਕੋਲੈਬੋਰੇਟ ਬਣਾ ਕੇ ਰੱਖਣਾ, ਉਹਨਾਂ ਨਾਲ ਇੰਟਰੈਕਸ਼ਨ ਸਥਾਪਿਤ ਕਰਕੇ ਰੱਖਣੀ। ਠੀਕ ਹੈ, ਸੰਬੰਧ ਰੱਖਣਾ ਉਹਨਾਂ ਨਾਲ। ਐਕਟ ਐਜ਼ ਅ clearing house for ideas and information in matter related to school education। ਸਕੂਲ ਸਿੱਖਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਦਾ ਜਿਹੜਾ ਸੋਲਿਊਸ਼ਨ ਹੈ ਕੌਣ ਕਰਦਾ ਹੈ? NCERT ਕਰਦੀ ਹੈ। ਐਕਟ ਐਜ਼ ਅ ਨੋਡਲ ਏਜੰਸੀ for achieving goals of universalization of elementary education। ਜੋ ਐਲੀਮੈਂਟਰੀ ਐਜੂਕੇਸ਼ਨ ਹੈ ਉਸ ਦਾ ਵਿਸ਼ਵੀਕਰਨ ਕਰਨਾ, ਉਸ ਦਾ ਵਿਸਥਾਰ ਕਰਨਾ। ਇਸ ਨੂੰ ਅਸੀਂ UEE ਵੀ ਬੋਲ ਸਕਦੇ ਹਾਂ, ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ। ਇਸ ਦੀ ਵੀ ਫੁੱਲ ਫਾਰਮ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ, UEE ਦੀ। ਨੈਕਸਟ ਹੈ, ਇਹ ਜੋ ਹੈ ਸਾਡਾ NCERT ਦਾ ਲੋਗੋ ਹੈ। ਓਕੇ, नेक्स्ट जो है राष्ट्रीय शैक्षिक अनुसंधान प्रशिक्षण परिषद, जो ऑनलाइन जो सर्विसेज दित्तियां जा रही ने NCERT द्वारा, उन्होंने बारे दसांगे हुण तुहानूं। तो फस्ट ऑफ ऑल है ई-विद्या। ई-विद्या की है? आ कॉम्प्रीहेंसिव डिजिटल ऑनलाइन एयर एजुकेशनल इंटीग्रेटिव। ये की है? एक डिजिटल जो ऑनलाइन जिहदे द्वारा बच्चों को सिक्ख्या दी जाती है। नैक्सट है दीक्षा। दीक्षा की है? एक ऐप है जिस दे उपर की है एक अजिहा प्लेटफॉर्म है जिस दे उपर सारे बच्चों को इक्को जिहा मटीरियल जिहड़ा प्रोवाइड किया जाता है। नैक्सट है 12 TV चैनल्स, 1 क्लास 1 चैनल। 12 TV चैनल्स ने जिहड़े वो मतलब NCERT द्वारा शुरू किए गए हैं, जिहड़ा हरेक क्लास लई एक एक चैनल बनया है। जिवें फस्ट क्लास लई एक, सैकेंड लई एक, यानी कि फस्ट टू 12 तक। ठीक है, उन्होंने उपर सारे जिहड़े क्लासिस ने उन्हों दी लगदियां ने अलग अलग विषयां दियां। नैक्सट है स्वयं कोर्सेस इन MOOC फॉर्मेट। स्वयं की है? अपने आप। इस तरह जो एजुकेशन प्रोग्राम ये जो है एजुकेशन प्रोग्राम कोर्सेज नू अपलोड करता है। नैक्सट है कम्यूनिटी रेडियो एंड ब्रॉडकास्ट। रेडियो प्रोग्राम्स बना रहा है कई तरह के। कॉन्सैप्ट ऑफ कंटेंट्स ऑफ फॉर दिव्यांग एंड डेजी एंड इन साइन लैंग्वेज। जो दिव्यांग बच्चे ने उन्होंने लिए साइन लैंग्वेज वगैरह का जो सिस्टम है वो भी ऑनलाइन जोड़ा है करवाया जा रहा है। IITPAL फॉर IIT JE प्रिपरेशन। जोड़े बच्चे JE वगैरह बनना चाहते हैं या IT सैक्शन में जाना चाहते हैं उन्होंने लिए ऑनलाइन कोर्सेज का प्रबंध किया गया है। सो नैक्सट असी पढ़ते हाँ
स्टेट काउंसिल ऑफ एजुकेशनल रिसर्च एंड ट्रेनिंग, जिमें कि हुण असीं NCERT बारे पढ़ चुके हैं नैशनल लैवल का, तो हुण सानूं स्टेट लैवल का भी पढ़ना चाहिए है क्योंकि असीं पंजाब नाल स्टेट पद्धर दे पेपर की तैयारी कर रहे हैं। तो SERT, ठीक है, स्टेट काउंसिल ऑफ एजुकेशनल रिसर्च एंड ट्रेनिंग, स्टेट काउंसिल ऑफ एजुकेशन रिसर्च एंड ट्रेनिंग SERT पंजाब चंडीगढ़ केम इंटू एग्जिस्टेंट इंटू जुलाई 1981। ये कदों एग्जिस्टेंट मतलब कदों होंद विच आया सी 1981 विच। जो NCERT है वो कदों होंद विच आया सी 1961 विच, ठीक है, ध्यान रखना। एज नोडल एजेंसी फॉर ब्रिंगिंग क्वालिटेटिव इंप्रूवमेंट 1986-92 followed by program of action for the future necessitated its strengthening so as to equip it is to provide leadership for effective implement। जो सिक्ख्या है उसनों उसदे विच सुधार लियाउण लई, उसनों प्रभावशाली बनाउण लई जिहड़ा है इस दे विच अगे 1986 ते 1992 विच की है, इस विच होर ज़्यादा पॉलिसीज़ जिहड़ियां ने वो जोड़ियां गईयां सी। ऑफ असाइंड प्रोग्राम फॉर ब्रिंगिंग क्वालिटेटिव इंप्रूवमेंट इन द स्कूल एजुकेशन, जिहड़ियां कि क्वालिटेटिव इंप्रूवमेंट्स लियाउण लई स्कूल एजुकेशन विच ये शुरू किया गया सी। नैक्सट है नैशनल कमीशन फॉर प्रोटैक्शन ऑफ चाइल्ड राइट NCPCR, ठीक है, इसकी भी जी फुल फॉर्म तुहाडे तो पूछी जा सकती है। ये कदों एज अ स्टैटूटरी बॉडी ऑफ CPCR एक्ट, CPCR एक्ट ये की है हुण CPCR एक्ट की है चाइल्ड राइट प्रोटैक्शन एक्ट 2005 के तहत की है इसनों सैट किया गया सी। कदों ये होंद विच आया सी 5 मार्च 2007 दे विच की है ये जिहड़ा होंद विच आया सी। टू मोनीटर हुण इसदे की काम ने, टू मोनीटर ऑल लॉज पॉलिसीज़ प्रोग्राम्स एंड एडमिनिस्ट्रेटिव मैकेनिज़म इन द कंट्री। जो जिन्ने भी देश में जिन्नियां भी लॉ ने पॉलिसीज़ ने प्रोग्राम्स ने, ठीक है, जो एडमिनिस्ट्रेटिव मैकेनिज़म ने सारियां दी जिहड़ी मॉनीटरिंग करन लई की मॉनीटरिंग करना की है इसका काम है। टू इंश्योर द राइट ऑफ चाइल्ड एज इनशेरेंट इन द कॉन्स्टिट्यूशन ऑफ इंडिया, ठीक है, तो कॉन्स्टिट्यूशन के अकॉर्डिंग जो भारत का कॉन्स्टिट्यूशन है उसके अकॉर्डिंग की है सारे बच्चों के राइट्स का ख्याल रखना। इसका मुख्य उद्देश्य की है राइट्स का ध्यान रखना। हुण एज अ इंडियन कॉन्स्टिट्यूशन एज पर इंडियन कॉन्स्टिट्यूशन चाइल्ड की डेफिनेशन की है, जिहड़ा बच्चा 18 जो भी 18 ईयर्स तो नीचे है उसनों की है चाइल्ड मन्निया गया है एज पर इंडियन कॉन्स्टिट्यूशन। नैक्सट NCPCR दे मॉनीटरिंग की है टू इस दे विच की हन कि मेन काम की हैं, ठीक है, 3 मेन लॉज ने जिहड़े इस नाल रिलेटेड ने वो किहड़े ने। टू इंप्लीमेंट जुवेनियल जस्टिस। हुण जुवेनियल जस्टिस की हुंदा है जो 14 साल तो घट उम्र के बच्चे ने, सॉरी 18 साल तो घट उम्र के बच्चे ने, जो जेकर वो कोई गुनाह करते हैं, ठीक है, तो उन्होंने किवें की ट्रीटमेंट करना है, उन्होंने की सज़ा देनी है, उस नाल रिलेटेड जिहड़ा काम है इन्हां दा है। टू इंप्लीमेंट जुवेनियल जस्टिस एंड प्रोटैक्ट ऑफ चिल्ड्रन एक्ट केयर एंड प्रोटैक्शन ऑफ चिल्ड्रन एक्ट के तहत की है 2015 में बनिया सी। नैक्सट है प्रोटैक्शन ऑफ चिल्ड्रन फ्रॉम सैक्शुअल ऑफेंसिस, ठीक है, 2012 के ये भी बहुत चर्चा के रहा सी एक्ट। राइट ऑफ चिल्ड्रन टू फ्री एंड कंपलसरी एजुकेशन, इसनों RTE भी कहा जाता है, 2009 में एक्ट बनिया सी। इस दे तहत की है 6 तो 14 साल के बच्चों को मुफ्त और लाजमी सिक्ख्या प्रदान करना। नैक्सट है पंजाब स्टेट कमीशन फॉर प्रोटैक्शन ऑफ चाइल्ड राइट। हुण असी नैशनल लैवल का जिहड़ा पढ़ चुके हाँ, तो हुण असी पंजाब नाल संबंधित भी जिहड़ा प्रोटैक्शन राइट है उसनूं पढ़ांगे। पंजाब विच जिहड़ा है NCPCR दे नियमां नूं लागू कौन करता है, ये करता है PCPCR जिहड़ा है NCPCR दे नियमां नूं लागू करता है। टू प्रोटैक्ट द राइट ऑफ चिल्ड्रन एंड परस्यूट द केसिस कमिटेड अगेंस्ट द चिल्ड्रन इन द स्टेट ऑफ पंजाब, स्टेट गवर्नमेंट हैज़ कॉन्स्टिट्यूटेड द पंजाब स्टेट कमीशन फॉर प्रोटैक्शन ऑफ चाइल्ड राइट। सैक्शन 17 जो साडे कोल जिहड़ा चाइल्ड राइट एक्ट आया सी, प्रोटैक्शन एक्ट सी, उसके तहत की है उसके सैक्शन 17 के तहत, ठीक है, उसके सैक्शन 17 के तहत जिहड़ा है इसका गठन किया गया सी। कदों किया गया सी?
कदों किया गया सी? 15 अप्रैल 2011 ਦੇ ਵਿੱਚ। सो डोंट बी कन्फ्यूज़ड, हुण कन्फ्यूज़ नहीं होना बिल्कुल भी। जो प्रोटैक्शन ऑफ चाइल्ड राइट है वो आया सी 2005 ਦੇ ਵਿੱਚ। जो NCPCR है 2007 ਦੇ ਵਿੱਚ आया सी। और ਜਿਹੜਾ पंजाब स्टेट ਨਾਲ संबंधित ਜਿਹੜਾ कमीशन है वो कदों आया सी? 2011 ਦੇ ਵਿੱਚ आया सी। ਹੁਣ कुछ हैल्पलाइन नंबर ने ਜਿਹੜੇ ਇਸ ਦੇ ਤਹਿਤ ਜਿਹੜੇ ਦਿੱਤੇ ਜਾਂਦੇ ਨੇ। ਤਾਂ फस्ट ऑफ ऑल है वूमेन हैल्पलाइन नंबर है ਜਿਹੜਾ 1811091 है। ਜਿਹੜਾ ਸਾਡੇ ਨਾਲ ਰਿਲੇਟਡ ਚਾਈਲਡ ਹੈਲਪਲਾਈਨ ਨੰਬਰ ਹੈ ਜਿਹੜਾ ਸਾਡੇ ਤੋਂ ਪੁੱਛਿਆ ਜਾ ਸਕਦਾ ਹੈ ਉਹ 1098 ਹੈ। ਨੈਕਸਟ ਹੈ ਕਾਰਾ ਹੈਲਪ ਡੈਸਕ 180011 1311। ਹੁਣ ਕਾਰਾ ਸੈਂਟਰਲ ਕਾਰਾ ਕੀ ਹੈ? ਕਾਰਾ ਦੀ ਫੁੱਲ ਫॉर्म है जो की है? ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਟੀ। ठीक है, गोद लैन नाल संबंधित ਜਿਹੜੇ मामले है वो ये देखता है। ठीक है, किस दे अंडर आउंदा है? मिनिस्ट्री ऑफ वूमेन एंड चाइल्ड डिवेलपमेंट के अंदर जिहड़ा है ये आउंदा है, सेंट्रल गवर्नमेंट द्वारा शुरू किया गया है। इसकी डिटेल नूं असीं नैक्सट वीडियो विच पढ़ांगे। तो अज की वीडियो इन्नी ही सी। जेकर तुहानूं मेरी वीडियोज़ वधिया लग रही हैं तो लाइक और शेयर जरूर करियो जे, और चैनल नूं सबसक्राइब करना ना भुल्लियो। थैंक यू सो मच।